ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ। ਕਿਉ ਸਾਸ ਗਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਜਿਉ ਭਾਵੈ ਤਿਉ ਰਖ ਤੂੰ, ਜਨ ਨਾਨਕ ਨਾਮ ਬਖਸ਼। ਮਹਿਲਾ ਤੀਜਾ। ਮਨਮੁਖ ਹੰਕਾਰੀ ਮਹਿਲ ਨ ਜਾਣੈ, ਖਿਨ ਆਗੈ ਖਿਨ ਪਿਛੈ। ਸਦਾ ਬੁਲਾਈਐ ਮਹਿਲ ਨ ਆਵੈ, ਕਿਉ ਦਰਗਾਹ ਕਿਉ ਕਰ ਦਰਗਾਹ ਸੀਜੈ। ਸਤਿਗੁਰ ਕਾ ਮਹਿਲ ਬਿਰਲਾ ਜਾਣੈ, ਸਦਾ ਰਹਿ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾ ਸਤਿਗੁਰ ਕਾ ਮਨ ਮੰਨਿਆ, ਤਾ ਪਾਪ ਕਸਮਲ ਭੰਨੇ। ਉਪਦੇਸ਼ ਜਿ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਬਾਣਾ ਮੰਨਿਆ, ਤਿਨ ਚੜੀ ਚਵਗਣ ਵਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੇਖਿਆ ਸੁਣ ਮਨ ਭਿੰਨੇ। ਜਿਨ ਸਤਿਗੁਰ ਕਾ ਬਾਣਾ ਮੰਨਿਆ, ਤਿਨ ਚੜੀ ਚਵਗਣ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੇਖਿਆ ਸੁਣ ਮਨ ਭਿੰਨੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ ਆਓ। ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ, ਗੌੜੀ ਕੀ ਬਾਰ, ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 314। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਸਮਝਾ ਰਹੇ ਨੇ, ਦੱਸ ਰਹੇ ਨੇ। ਸ਼ਲੋਕ ਮਹਿਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈਐ ਚਿੱਤ। ਮਨੁਆ ਦਾ ਅਰਥ ਹੁੰਦਾ ਜੀ ਮਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਜੇ ਸਤਿਗੁਰੂ ਦੇ ਸਨਮੁਖ ਹੋ ਕੇ ਮਨ ਪ੍ਰਭੂ ਦੀ ਯਾਦ ਵਿੱਚ ਜੋੜੀਏ ਤੇ ਇਸ ਮਨ ਨੂੰ ਪੱਕਾ ਕਰਕੇ ਰੱਖੀਏ, ਜਿਵੇਂ ਮਾਇਆ ਵੱਲ ਨਾ ਦੌੜੇ।
ਪਾਤਸ਼ਾਹ ਜੀ ਕਹਿ ਰਹੇ ਨੇ, ਬਹਿੰਦਿਆਂ ਉੱਠਦਿਆਂ ਭਾਵ ਕੰਮ ਕਾਜ ਕਰਦਿਆਂ, ਕਿਰਤ ਕਰਦਿਆਂ ਕਦੇ ਵੀ ਉਸ ਮਾਲਕ ਨੂੰ ਆਪਣੀ ਜ਼ਿੰਦਗੀ ਵਿੱਚੋਂ ਨਾ ਵਿਸਾਰੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇੱਥੇ ਗੱਲ ਕਰਦੇ ਪਏ ਨੇ ਜੀ ਮਨ ਦੀ। ਮਨੂਆਂ ਦਾ ਅਰਥ ਹੁੰਦਾ ਮਨ। ਪਾਤਸ਼ਾਹ ਜੀ ਕਹਿ ਰਹੇ ਨੇ ਇਹ ਮਨੂਆਂ ਦ੍ਰਿੜ ਕਰ ਰੱਖੀਏ, ਇਸ ਮਨ ਨੂੰ ਪੱਕਾ ਕਰਕੇ ਰੱਖੀਏ। ਕਿਉਂਕਿ ਅਕਸਰ ਆਪਾਂ ਦੁਨੀਆ ਅੰਦਰ, ਸੰਸਾਰ ਅੰਦਰ ਜਦੋਂ ਝਾਤ ਮਾਰ ਕੇ ਵੇਖਦੇ ਆ ਨਾ, ਸਾਡੇ ਉੱਤੇ ਥੋੜੀ ਜਿਹੀ ਵੀ ਵਿਪਤਾ ਆ ਜਾਵੇ, ਥੋੜਾ ਵੀ ਸਾਡੇ ਤੇ ਦੁੱਖ ਆ ਜਾਵੇ, ਤਕਲੀਫ ਆ ਜਾਵੇ, ਅਸੀਂ ਡੋਲ ਜਾਂਦੇ ਆ, ਅਸੀਂ ਘਬਰਾ ਜਾਂਦੇ ਆ। ਡੋਲਣ ਦਾ ਕਾਰਨ, ਘਬਰਾਉਣ ਦਾ ਕਾਰਨ ਇੱਕੋ ਨਿਕਲਦਾ, ਕਿਉਂਕਿ ਅਸੀਂ ਆਪਣਾ ਮਨ ਦ੍ਰਿੜ ਨਹੀਂ ਕਰਿਆ, ਪੱਕਾ ਨਹੀਂ ਕਰਿਆ। ਜ਼ਿੰਦਗੀ ਅੰਦਰ ਮੁਸੀਬਤਾਂ ਬਹੁਤ ਆਉਂਦੀਆਂ ਨੇ, ਦੁੱਖ ਬਹੁਤ ਆਉਂਦੇ ਨੇ, ਪਰ ਜਿਸ ਬੰਦੇ ਦਾ ਮਨ ਪੱਕਾ ਹੁੰਦਾ, ਦ੍ਰਿੜ ਹੁੰਦਾ, ਉਹ ਘਬਰਾਇਆ ਨਹੀਂ ਕਰਦਾ। ਇਤਿਹਾਸ, ਗੁਰਬਾਣੀ ਸਾਨੂੰ ਸੂਝ ਦਿੰਦੀ ਹੈ, ਸਿੱਖਿਆ ਦਿੰਦੀ ਹੈ। ਜਦੋਂ ਅਸੀਂ ਤਵਾਰੀਖ ਨੂੰ ਪੜ੍ਹਦੇ ਵਿਚਾਰਦੇ ਹਾਂ, ਛੋਟੇ ਸਾਹਿਬਜ਼ਾਦਿਆਂ ਦੀ ਉਮਰ ਬਹੁਤ ਛੋਟੀ ਹੈ ਜੀ। ਆਰਜ਼ੂ ਦੀ ਗੱਲ ਕਰਾਂਗੇ, ਉਮਰ ਦੀ ਗੱਲ ਕਰਾਂਗੇ, ਬਹੁਤ ਛੋਟੀ ਹੈ। ਸਮੇਂ ਦੇ ਹਾਕਮਾਂ ਨੇ, ਸਮੇਂ ਦੇ ਉਹਨਾਂ ਜ਼ੁਲਮ ਕਰਨ ਵਾਲੇ ਲੋਕਾਂ ਨੇ ਕਿੰਨਾ ਜ਼ੁਲਮ ਕੀਤਾ, ਕਿੰਨਾ ਸਰੀਰ ਨਾਲ ਸਿਤਮ ਕੀਤਾ, ਪਰ ਉਹ ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਡੋਲੇ ਨਹੀਂ, ਘਬਰਾਏ ਨਹੀਂ। ਤਵਾਰੀਖ ਅੰਦਰ ਬਹੁਤ ਐਸੀਆਂ ਸਾਖੀਆਂ ਆਪਾਂ ਪੜ੍ਹ ਚੁੱਕੇ ਹਾਂ, ਵਿਚਾਰ ਚੁੱਕੇ ਹਾਂ। ਮੈਂ ਸੰਖੇਪ ਅੰਦਰ ਗੱਲ ਕਰਦਾ। ਇੱਥੇ ਗੁਰੂ ਸਾਹਿਬ ਜੀ ਮਨ ਨੂੰ ਪੱਕਾ ਕਰਨ ਦੀ ਗੱਲ ਕਰਦੇ ਨੇ। ਮੈਂ ਤੁਹਾਡੇ ਸਨਮੁਖ ਵਿਚਾਰ ਰੱਖ ਰਿਹਾ ਵੀ ਸਾਡਾ ਮਨ ਉਸ ਵਕਤ ਡੋਲਦਾ ਹੈ ਜਦੋਂ ਅਸੀਂ ਗੁਰੂ ਦੱਸਿਆ ਰਾਹ ਦੇਖਦੇ ਨਹੀਂ ਹਾਂ, ਚੱਲਦੇ ਨਹੀਂ ਹਾਂ, ਜਾਂ ਸਰੀਰ ਤੇ ਕੋਈ ਦੁੱਖ ਆ ਗਿਆ, ਤਕਲੀਫ ਆ ਗਈ, ਅਸੀਂ ਗੁਰੂ ਨੂੰ ਛੱਡ ਕੇ ਕਿਤੇ ਹੋਰ ਜਾਣਾ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਇਹ ਮਨੂਆਂ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈ ਹੈ ਚਿੱਤ। ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਸਨਮੁਖ ਰਹਿ ਕੇ ਮਹਾਰਾਜ ਕਹਿੰਦੇ ਆਪਣਾ ਚਿੱਤ, ਆਪਣਾ ਮਨ ਉਸ ਮਾਲਕ ਨਾਲ ਜੋੜੀਏ। ਕਿਉਂ ਸਾਸ ਗਿਰਾਸ ਬਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਅੰਦਰੋਂ ਕਿਉਂ ਵਿਸਾਰਦਾ? ਹਰ ਸਾਹ ਦੇ ਨਾਲ, ਹਰ ਗਰਾਹੀ ਦੇ ਨਾਲ ਉਸ ਮਾਲਕ ਨੂੰ ਚੇਤੇ ਕਰਿਆ ਕਰ। ਬਹਿੰਦਿਆਂ ਉੱਠਦਿਆਂ ਨਿਤ, ਨਿਤ ਦਾ ਅਰਥ ਹਰ ਰੋਜ਼। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਜਦੋਂ ਸਾਡਾ ਮਨ ਪੱਕਾ ਹੋ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ, ਹਰ ਵੇਲੇ ਸਾਡਾ ਮਨ ਰੱਬ ਦੇ ਨਿਜ ਮੰਦਰ ਚੱਲਣ ਲੱਗ ਪਿਆ, ਮਹਾਰਾਜ ਕਹਿੰਦੇ ਫਿਰ ਜਨਮ ਅਤੇ ਮਰਨ ਜੀਵਨ ਕੀ, ਮਰਨ ਤੇ ਜੀਵਨ ਦੀ। ਪਾਤਸ਼ਾਹ ਜੀ ਕਹਿੰਦੇ ਫਿਰ ਮਰਨ ਤੇ ਜੀਵਨ ਦੀ ਚਿੰਤਾ ਮਿਟ ਜਾਂਦੀ ਹੈ। ਇਹ ਜੀੜਾ ਹਰ ਪ੍ਰਭ ਬਸ, ਕਿਉਂਕਿ ਇਹ ਜਿਹੜਾ ਜੀੜਾ, ਇਹ ਜਿੰਦ ਹੈ, ਇਹ ਸਰੀਰ ਹੈ, ਉਸ ਮਾਲਕ ਦੇ ਕਹਿਣੇ ਵਿੱਚ, ਉਸ ਮਾਲਕ ਦੇ ਨਿਜ ਮੰਦਰ ਹੋ ਜਾਂਦਾ ਹੈ। ਉਹਦੇ ਹਵਾਲੇ ਅਸੀਂ ਕਰ ਦਿੰਦੇ ਹਾਂ ਤਾਂ ਸਾਡੀ ਸਾਰੀ ਚਿੰਤਾ, ਦੁੱਖ ਮਿਟ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਗੱਲ ਤਾਂ ਇੱਕੋ ਹੈ, ਮਨ ਨੂੰ ਟਿਕਾਉਣ ਦੀ। ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਹੈ ਜੀ, ਗੁਰਬਾਣੀ। ਕਿਉਂਕਿ ਮਨ ਅਪਰਾਧੀ ਵੀ ਹੈ, ਮਨ ਕੁੱਤਾ ਵੀ ਹੈ, ਮਨ ਕ੍ਰੋਧੀ ਵੀ ਹੈ। ਬਹੁਤ ਸ਼ਬਦ ਵਰਤੇ ਜੀ ਮਨ ਦੇ ਪ੍ਰਥਾਏ। ਇਸ ਵਿਕਾਰੀ ਮਨ ਨੂੰ ਬਸ ਇੱਕੋ ਚੀਜ਼ ਕਰ ਸਕਦੀ ਹੈ, ਸ਼ਬਦ ਗੁਰੂ ਦਾ ਗਿਆਨ, ਬਾਣੀ। ਅੱਗੇ ਮਹਾਰਾਜ ਕਹਿ ਰਹੇ ਨੇ, ਜਿਉਂ ਭਾਵੈ ਤਿਉ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਹੇ ਪ੍ਰਮਾਤਮਾ ਜੀ, ਹੇ ਵਾਹਿਗੁਰੂ ਜੀ, ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਉਸੇ ਤਰੀਕੇ ਦੇ ਨਾਲ ਨਾਮ ਦੀ ਦਾਤ ਬਖਸ਼ ਕੇ ਮੈਨੂੰ ਰੱਖ ਲੈ, ਮੈਨੂੰ ਬਚਾ ਲੈ। ਅੱਗੇ ਮਹਾਰਾਜ ਕਹਿ ਰਹੇ ਨੇ, ਮਨ ਦੀ ਚਿੰਤਾ ਝੋਰੇ ਮਿਟਾ ਕੇ ਆਪਣੇ ਨਾਮ ਨਾਲ ਜੋੜ ਲੈ, ਬਖਸ਼ ਲੈ, ਕਿਰਪਾ ਕਰ ਦੇ। ਅੱਗੇ ਮਹਾਰਾਜ ਸ਼ਲੋਕ ਮਹਿਲਾ ਤੀਜਾ, ਜਿਹੜਾ ਪਹਿਲਾ ਸ਼ਲੋਕ ਪੜ੍ਹਿਆ ਜੀ, ਚੌਥੇ ਪਾਤਸ਼ਾਹ ਦਾ ਸ਼ਲੋਕ ਆ। ਅੱਗੇ ਤੀਸਰੇ ਮਹਾਰਾਜ ਵਿਆਖਿਆ ਕਰਦੇ ਨੇ,
ਮਨਮੁਖ ਹੰਕਾਰੀ ਮਹਿਲ ਨਾ ਜਾਣੈ। ਮਨਮੁਖ ਮਨ ਦਾ ਮੁਰੀਦ, ਮਨ ਦੀ ਮਰਜ਼ੀ ਕਰਨ ਵਾਲਾ। ਪਾਤਸ਼ਾਹ ਜੀ ਕਹਿੰਦੇ ਉਹ ਮਹਿਲ ਨਹੀਂ ਜਾਣ ਸਕਦਾ। ਸਤਿਗੁਰ ਦਾ ਸਥਾਨ ਭਾਵ ਸਤ ਸੰਗਤ। ਹੁਣ ਮਨਮੁਖ ਬੰਦਾ ਮਹਿਲ ਨਹੀਂ ਜਾਣਦਾ, ਘਰ ਨਹੀਂ ਜਾਣਦਾ। ਕਿਹਦਾ ਘਰ ਨਹੀਂ ਜਾਣਦਾ? ਗੁਰੂ ਦਾ ਘਰ, ਸਤ ਸੰਗਤ। ਮਨਮੁਖ ਅਹੰਕਾਰੀ ਮਹਿਲ ਨ ਜਾਣੈ, ਖਿਨ ਆਗੈ ਖਿਨ ਪਿੱਛੈ। ਪਾਤਸ਼ਾਹ ਜੀ ਕਹਿੰਦੇ ਹਰ ਵੇਲੇ ਬੇਕਾਰ ਭੈੜੀਆਂ ਬਾਤਾਂ, ਭੈੜੀਆਂ ਗੱਲਾਂ ਕਰਦਾ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਭਾਵ ਕਦੇ ਉਹ ਅੱਗੇ ਬਹਿ ਜਾਂਦਾ, ਕਦੇ ਪਿੱਛੇ ਬਹਿ ਜਾਂਦਾ, ਮਿਲਦਾ ਕੁਝ ਹੈ ਨਹੀਂ ਹੈ। ਕਿਉਂਕਿ ਉਸ ਗੁਰੂ ਵਾਲੇ ਮਹਿਲ ਦੇ ਵਿੱਚ, ਗੁਰੂ ਵਾਲੇ ਘਰ ਦੇ ਵਿੱਚ ਉਸ ਮਨਮੁਖ ਦਾ ਮਨ ਟਿਕ ਨਹੀਂ ਰਿਹਾ। ਕਿਉਂਕਿ ਉਹਨਾਂ ਦਾ ਭੱਖ ਉੱਥੇ ਨਹੀਂ, ਉਹਨਾਂ ਦਾ ਖਾਣਾ, ਉਹਨਾਂ ਦਾ ਬਹਿਣਾ ਗੁਰੂ ਦੀ ਸੰਗਤ ਵਿੱਚ ਨਹੀਂ ਹੈ। ਉਹ ਤਾਂ ਕੁੜਿਆਰ ਨੇ, ਝੂਠੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ ਸਦਾ ਬੁਲਾਈਐ ਮਹਿਲ ਨ ਆਵੈ, ਕਿਉਂ ਕਰ ਦਰਗਾਹ ਸੀਝੈ। ਗੁਰੂ ਅਕਾਲ ਪੁਰਖ ਵਾਹਿਗੁਰੂ ਸਦਾ ਸੱਦਾ ਦਿੰਦਾ, ਬੁਲਾਉਂਦਾ ਆਪਣੇ ਘਰ ਵਿੱਚ, ਆਪਣੇ ਮਹਿਲ ਦੇ ਵਿੱਚ। ਕਿਉਂ ਕਰ ਦਰਗਾਹ ਸੀਝੈ, ਕਿਵੇਂ ਉਸ ਮਾਲਕ ਦੇ ਦਰਗਾਹ ਦੇ ਵਿੱਚ, ਉਸ ਮਾਲਕ ਦੀ ਹਜ਼ੂਰੀ ਦੇ ਵਿੱਚ ਪਛਾਣ ਬਣੇਗੀ। ਸਦਾ ਸੱਦਦੇ ਰਹੀਏ ਤਾਂ ਵੀ ਮਨਮੁਖ ਮਹਾਰਾਜ ਕਹਿੰਦੇ ਉਸ ਘਰ ਦੇ ਵਿੱਚ ਨਹੀਂ ਆਉਂਦਾ, ਉਸ ਦਰਗਾਹ ਦੇ ਵਿੱਚ ਕਿਵੇਂ ਸੁਰਖਰੂ ਹੋਵੇਗਾ। ਅੱਗੇ ਮਹਾਰਾਜ ਵਿਚਾਰ ਦੇ ਰਹੇ ਨੇ ਜੀ, ਸਤਿਗੁਰ ਕਾ ਮਹਿਲ ਬਿਰਲਾ ਜਾਣੈ। ਸਤਿਗੁਰ ਦੀ ਜਿਹੜੀ ਸਤਸੰਗਤ ਵਾਲੀ ਉਹ ਅਵਸਥਾ ਹੈ, ਜਿਹਨੂੰ ਅਸੀਂ ਜਾਣਨਾ ਪਛਾਨਣਾ ਹੈ। ਮਹਾਰਾਜ ਕਹਿੰਦੇ ਸਤਿਗੁਰ ਕਾ ਮਹਿਲ, ਉਹ ਟਿਕਾਣਾ, ਉਹ ਥਾਂ ਭਾਵ ਸਤਸੰਗਤ ਘਰ। ਸਤਿਗੁਰੂ ਜੀ ਕਹਿੰਦੇ ਬਿਰਲਾ ਕੋਈ ਜਾਣਦਾ। ਸਤਿਗੁਰ ਕਾ ਮਹਿਲ ਬਿਰਲਾ ਜਾਣੈ, ਸਦਾ ਰਹਿ ਕਰ ਜੋੜ। ਕਿਸੇ ਉਸ ਬਿਰਲੇ ਨੂੰ ਸਾਰ ਆਉਂਦੀ ਹੈ ਅਤੇ ਸਦਾ ਉਹ ਹੱਥ ਜੋੜ ਕੇ ਰੱਖਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਆਪਣੀ ਕਿਰਪਾ ਕਰੇ ਹਰ ਪ੍ਰਭ ਮੇਰਾ, ਨਾਨਕ ਲਏ ਬਹੋੜ। ਜਦੋਂ ਉਹ ਮਾਲਕ ਵਾਹਿਗੁਰੂ ਆਪਣੀ ਕਿਰਪਾ ਕਰਦਾ ਨਾ, ਰਹਿਮਤ ਕਰਦਾ, ਮਿਹਰ ਕਰਦਾ, ਤਾਂ ਉਹ ਮਨਮੁਖਤਾ ਵੱਲੋਂ ਵੀ ਉਸ ਨੂੰ ਮੋੜ ਲੈਂਦਾ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸ਼ਲੋਕ ਅੰਦਰ ਮਨ ਦੀ ਗੱਲ ਕੀਤੀ ਹੈ ਜੀ। ਮਨ ਨੂੰ ਕਿਵੇਂ ਟਿਕਾਉਣਾ ਹੈ, ਕਿਵੇਂ ਮਨ ਦੇ ਨਾਲ ਹਰ ਵੇਲੇ ਰੱਬ ਨੂੰ ਚੇਤੇ ਕਰਨਾ ਹੈ। ਚੇਤੇ ਕਰਕੇ ਚਿੰਤਾ ਝੋਰਾ ਖਤਮ ਹੋ ਜਾਂਦਾ। ਅੱਗੇ ਸਤਿਗੁਰੂ ਜੀ ਅਗਲੇ ਸ਼ਲੋਕ ਅੰਦਰ ਵਿਆਖਿਆ ਦੇ ਰਹੇ ਨੇ ਜੀ। ਮਨਮੁਖ ਬੰਦੇ ਦੀ ਗੱਲ ਕੀਤੀ ਹੈ, ਇੱਕ ਗੁਰਮੁਖ ਬੰਦੇ ਦੀ ਗੱਲ ਕੀਤੀ ਹੈ। ਮਨਮੁਖ ਬੰਦਾ ਗੁਰੂ ਦਾ ਘਰ ਨਹੀਂ ਜਾਣਦਾ ਅਤੇ ਗੁਰਮੁਖ ਬੰਦਾ ਗੁਰੂ ਦੇ ਘਰ ਵਿੱਚ ਰਹਿੰਦਾ। ਅੱਗੇ ਪੌੜੀ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਜ ਜਾਏ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਸੇਵਾ ਪ੍ਰਵਾਨ ਹੈ, ਉਹ ਸੇਵਾ ਸਫਲ ਹੈ ਜੋ ਸਤਿਗੁਰੂ ਨੂੰ ਭਾ ਗਈ, ਸਤਿਗੁਰੂ ਨੂੰ ਚੰਗੀ ਲੱਗੀ ਹੈ। ਨਹੀਂ ਤੇਰਾ ਵਾਰੀ ਤੌਰ ਤੇ ਕੀਤਾ ਵਿਖਾਵਾ ਕਿਸੇ ਅਰਥ ਨਹੀਂ ਰਹਿ ਜਾਂਦਾ। ਮਹਾਰਾਜ ਕਹਿੰਦੇ ਜਦੋਂ ਸਤਿਗੁਰ ਦਾ ਮਨ ਪਤੀਜ ਜਾਂਦਾ ਹੈ। ਸੇਵਾ ਕਰਨ ਦੀ ਪਰਿਭਾਸ਼ਾ ਦਿੱਤੀ ਨਾ ਮਹਾਰਾਜ ਨੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਪ੍ਰਾਪਤਨ ਹੋਤ ਸੁਆਮੀ। ਮਹਾਰਾਜ ਕਹਿੰਦੇ ਸੇਵਾ ਕਰਨੀ ਹੈ ਨਾ, ਜੇ ਸੇਵਾ ਨਿਸ਼ਕਾਮ ਹੋ ਕੇ ਕਰ। ਨਿਸ਼ਕਾਮ ਹੋਣ ਦਾ ਅਰਥ ਹੈ ਇੱਕ ਤਾਂ ਹੁੰਦੀ ਗੁਰੂ ਨਾਲ ਸੌਦੇਬਾਜ਼ੀ। ਮਹਾਰਾਜ ਤੇਰੇ ਕੋਲ ਇੰਨੇ ਦਿਨ ਸੇਵਾ ਕਰਾਂਗਾ, ਮੇਰਾ ਆਹ ਕੰਮ ਤੈਨੂੰ ਸਵਾਰਨਾ ਪਵੇਗਾ। ਇਹ ਤਾਂ ਇੱਕ ਸੌਦਾ ਹੋ ਗਿਆ ਨਾ। ਵੀ ਗੁਰੂ ਅੱਗੇ ਮਹਾਰਾਜ ਨੂੰ ਕਹਤਾ, ਮਹਾਰਾਜ
ਇੰਨੇ ਦਿਨ ਗੁਰਦੁਆਰੇ ਆਵਾਂਗਾ, ਇੰਨੇ ਦਿਨ ਸੇਵਾ ਕਰਾਂਗਾ, ਤੇਰੇ ਅੱਗੇ ਆ ਮੈਂ ਕੰਮ ਰੱਖਤਾ, ਤੈਨੂੰ ਕੰਮ ਦੇਤਾ, ਆ ਕੰਮ ਮੇਰਾ ਕਰਨਾ ਤੈਂ। ਜੇ ਨਾ ਕੰਮ ਹੋਇਆ ਫਿਰ ਸੇਵਾ ਕੀਤੀ ਜਿਹੜੀ ਅਸੀਂ ਨੇ ਕੀਤੀ ਸੀ, ਕਰਿਆ ਸੀ, ਉਹ ਸਭ ਕੁਝ ਛੱਡ ਦਿੱਤਾ, ਤਿਆਗ ਦਿੱਤਾ। ਸਤਿਗੁਰ ਮਹਾਰਾਜ ਕਹਿੰਦੇ ਗੁਰੂ ਅੱਗੇ ਸੌਦੇਬਾਜ਼ੀ ਨਹੀਂ ਚੱਲਦੀ, ਗੁਰੂ ਅੱਗੇ ਤਾਂ ਅਰਦਾਸ ਚੱਲਦੀ ਹੈ, ਅਰਜ਼ੋਈ ਚੱਲਦੀ ਹੈ। ਇੱਥੇ ਮਹਾਰਾਜ ਇਹੀ ਗੱਲ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਵਚਨਾਂ ਦੇ ਅੰਦਰ। ਕਿਉਂ ਸਾਸ ਗਿਰਾ ਪਾਤਸ਼ਾਹ ਜੀ ਕਹਿ ਰਹੇ ਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਜਦੋਂ ਸਤਿਗੁਰੂ ਦਾ ਮਨ ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਅੰਦਰ ਦੇ ਪਾਪ ਨੇ ਨਾ ਜਿਹੜੇ ਉਹ ਦੂਰ ਹੋ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਹੜਾ ਉਪਦੇਸ਼, ਜਿਹੜਾ ਸੁਨੇਹਾ ਮੇਰੇ ਗੁਰੂ ਨੇ ਮੈਨੂੰ ਦਿੱਤਾ ਨਾ, ਉਹ ਕੰਨਾਂ ਦੇ ਨਾਲ ਮੈਂ ਸੁਣ ਲਿਆ, ਕੰਨਾਂ ਦੇ ਨਾਲ ਸੁਣ ਲਿਆ। ਕਿ ਮਹਾਰਾਜ ਕਹਿੰਦੇ ਜਿਨ ਸਤਿਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਸਤਿਗੁਰ ਦੇ ਭਾਣੇ ਨੂੰ ਮੰਨ ਲਿਆ, ਕਬੂਲ ਕਰ ਲਿਆ, ਤਿੰਨ ਚੜੀ ਚਵਗਣ ਬੰਨੇ। ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਐਸਾ ਰੰਗ ਚੜਿਆ ਜਿਹੜਾ ਕਦੇ ਉਤਰਿਆ ਨਹੀਂ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦਿਖਿਆ ਸੁਣ ਮਨ ਭਿੰਨੇ। ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਸਤਿਗੁਰੂ ਦੀ ਇਹ ਸਿੱਖਿਆ ਸੁਣ ਕੇ ਮਨ ਉਸ ਮਾਲਕ ਦੇ ਪਿਆਰ ਵਿੱਚ ਭਿੱਜ ਗਿਆ ਅਤੇ ਸਤਿਗੁਰ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਨਿਰਾਲਾ ਹੈ, ਵੱਖਰਾ ਹੈ, ਸੰਸਾਰ ਦੇ ਹੋਰ ਮੱਤਾਂ ਨਾਲੋਂ ਨਿਰਾਲਾ ਹੈ। ਗੁਰੂ ਕਿਰਪਾ ਕਰੇ ਜੀ ਇਸ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, 2 ਸ਼ਲੋਕ ਤੇ 25 ਨੰਬਰ ਪੌੜੀ ਤੱਕ ਆਪਾਂ ਪਹੁੰਚੇ ਹਾਂ ਜੀ। ਵਿਚਾਰ ਕਰਦੇ ਕਰਦੇ ਗੁਰੂ ਸਾਹਿਬ ਨੇ ਸੇਵਾ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ ਉਸ ਮਾਲਕ ਦਾ ਘਰ, ਮਾਲਕ ਦਾ ਮਹਿਲ ਪਾਉਣ ਦੀ ਗੱਲ ਕੀਤੀ ਹੈ, ਹੰਕਾਰ ਤਿਆਗਣ ਦੀ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਸਾਡੇ ਜੀਵਨ ਦਾ ਆਧਾਰ, ਸਾਡੀ ਜ਼ਿੰਦਗੀ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਬਣੇ। ਅਕਸਰ ਬੇਨਤੀ ਕਰਦਾ ਜੀ, ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ, ਪਖੰਡਵਾਦ ਤੋਂ ਉੱਪਰ ਉੱਠ ਕੇ ਸਤਿਗੁਰ ਦੀ ਮੱਤ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰਾਂਗੇ, ਜ਼ਿੰਦਗੀ ਸੋਹਣੀ ਬਣਦੀ ਹੈ। ਅਕਸਰ ਬੇਨਤੀ ਮੈਂ ਬਹੁਤ ਲੰਮੇ ਸਮੇਂ ਤੋਂ ਕਰਦਾ ਆ ਰਿਹਾ, ਗੁਰਬਾਣੀ ਦਾ ਸਹਿਜ ਪਾਠ ਖੁਦ ਆਪ ਕਰੋ, ਗੁਰਬਾਣੀ ਖੁਦ ਆਪ ਪੜ੍ਹੋ। ਜਦੋਂ ਅਸੀਂ ਆਪ ਖੁਦ ਬਾਣੀ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ, ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਵੀ ਕਿਹੜਾ ਕੰਮ ਕਿਵੇਂ ਕਰਨਾ ਹੈ, ਕਿਵੇਂ ਘਰ ਦੇ ਵਿੱਚ ਪੁੱਤਰ ਦਾ ਵਿਆਹ, ਧੀ ਦਾ ਵਿਆਹ, ਕਿੱਥੇ ਜਾਣਾ ਹੈ, ਸਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ। ਆਪ ਹੀ ਸਾਰਾ ਕੁਝ ਕਲੀਅਰ ਹੋ ਜਾਂਦਾ, ਸਮਝ ਆ ਜਾਂਦੀ ਹੈ। ਆਓ ਗੁਰਮੁਖੋ ਇਤਿਹਾਸਕ ਵਿਚਾਰ ਜਿਹੜੀ ਚੱਲ ਰਹੀ ਹੈ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਪ੍ਰਥਾਏ। ਪਿਛਲੇ ਦੀਵਾਨਾਂ ਵਿੱਚ ਆਪਾਂ ਗੱਲ ਕਰ ਰਹੇ ਸੀ, ਧਰਮ ਪ੍ਰਚਾਰ ਦੀ ਗੱਲ ਕੀਤੀ, ਵਿਰਸੇ ਦੀ ਸੰਭਾਲ ਦੀ ਗੱਲ ਕੀਤੀ। ਮਹਾਰਾਜ ਨੇ ਜੋ ਸਮਾਜ ਪ੍ਰਤੀ ਕਾਰਜ ਕੀਤੇ ਨੇ, ਕੰਮ ਕੀਤੇ ਨੇ, ਬੜੇ ਕਮਾਲ ਦੇ ਕੰਮ ਨੇ। ਉਸ ਤੋਂ ਬਾਅਦ ਸਤਿਗੁਰ ਮਹਾਰਾਜ ਗੁਰਸਿੱਖਾਂ ਦੇ ਗੁਣਾਂ ਤੇ ਉਹਨਾਂ ਦੇ ਫਰਜ਼ਾਂ ਦਾ ਜ਼ਿਕਰ ਮਹਾਰਾਜ ਨੇ ਗੁਰਬਾਣੀ ਵਿੱਚ ਵੱਖ-ਵੱਖ ਥਾਵਾਂ ਤੇ ਕੀਤਾ। ਮਰਿਆਦਾ ਤੇ ਰਹੁ ਰੀਤ ਸੀ ਜਿਹੜੀ ਪੱਕੀਆਂ ਕੀਤੀਆਂ, ਮਰਿਆਦਾ ਨੂੰ ਪੱਕਾ ਕੀਤਾ, ਰਹੁ ਰੀਤਾਂ ਨੂੰ ਪੱਕਾ ਕੀਤਾ। ਗੁਰੂ ਵੱਲੋਂ ਜਿਹੜੀ ਸਾਨੂੰ ਮਰਿਆਦਾ ਦਿੱਤੀ ਹੈ, ਜਿਹੜੀ ਸਾਨੂੰ ਰਹੁ ਰੀਤ ਦਿੱਤੀ ਹੈ, ਉਹ 'ਤੇ ਚੱਲਣਾ ਬੜਾ ਜ਼ਰੂਰੀ ਹੈ। ਇੱਕ ਤਾਂ ਹੁੰਦੀ ਹੈ ਵੀ ਕਰਮਕਾਂਡੀ ਰੀਤ, ਜਿਹਨੂੰ ਤੋੜਨਾ ਜ਼ਰੂਰੀ ਹੁੰਦਾ ਹੈ। ਕਰਮਕਾਂਡੀ ਰੀਤ ਸਮਾਜ ਨੂੰ ਖੋਖਲਾ ਕਰ ਦਿੰਦੀ ਹੈ। ਤੁਸੀਂ ਅੱਜ ਵੀ ਝਾਤ ਮਾਰ ਕੇ ਵੇਖੋਗੇ ਨਾ, ਪਤਾ ਨਹੀਂ ਕਿੰਨੀਆਂ ਰੀਤਾਂ ਕੁਰੀਤਾਂ ਪ੍ਰਚਲਿਤ ਨੇ ਫਾਲਤੂ ਦੀਆਂ। ਭਾਵੇਂ ਮ੍ਰਿਤਕ ਸੰਸਕਾਰ ਦੀ ਗੱਲ ਕਰ ਲਓ, ਭਾਵੇਂ ਜਨਮ ਸੰਸਕਾਰ ਦੀ ਗੱਲ ਕਰ ਲਓ, ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਕਿੰਨੀਆਂ ਰੀਤਾਂ ਜੁੜ ਗਈਆਂ, ਕੁਰੀਤਾਂ ਜੁੜ ਗਈਆਂ। ਅਸੀਂ ਜੇ ਗੁਰਬਾਣੀ ਪੜ੍ਹੀ ਹੁੰਦੀ, ਗੁਰਬਾਣੀ ਵਿਚਾਰੀ ਹੁੰਦੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਖੁਦ ਕੀਤਾ ਹੁੰਦਾ, ਇਹਨਾਂ ਕਰਮਕਾਂਡਾਂ ਚੋਂ ਨਿਕਲ ਜਾਂਦੇ। ਆ ਸਾਨੂੰ ਥੋੜ੍ਹੀ ਮੁਸ਼ਕਲ ਲੱਗਦੀ ਹੈ। ਅਕਸਰ ਬੇਨਤੀ ਕਰਦਾ ਵੀ ਮ੍ਰਿਤਕ ਬੰਦੇ ਨਾਲ, ਮਰੇ ਹੋਏ ਬੰਦੇ ਨਾਲ ਕਿੰਨੀਆਂ ਰੀਤਾਂ ਜੁੜ ਜਾਂਦੀਆਂ ਨੇ। ਜਿਉਂਦੇ ਨੂੰ ਕਦੇ ਪੁੱਛਿਆ ਨਹੀਂ, ਜਿਉਂਦੇ ਨੂੰ ਕਦੇ ਨਾ ਪਾਣੀ ਫੜਾਇਆ, ਜਿਉਂਦੇ ਦੀ ਨਾ ਕਦੇ ਸੇਵਾ ਕੀਤੀ, ਮਰਨ ਤੋਂ ਬਾਅਦ ਕਿੰਨਾ ਕੁਝ ਕੀਤਾ ਜਾਂਦਾ ਹੈ।
ਉਦੋਂ ਉਹਨੇ ਵਿਚਾਰੇ ਨੇ ਉੱਠ ਕੇ ਵੇਖਣਾ ਨਹੀਂ ਹੁੰਦਾ ਵੀ ਮੇਰੇ ਨਾਲ ਕੀ ਕੀਤਾ ਜਾ ਰਿਹਾ, ਕੀ ਹੋ ਰਿਹਾ। ਇਹ ਸਭ ਫਾਰਮੈਲਿਟੀ ਜੀ ਬਣ ਗਈ ਜੀ, ਵੀ ਸਰਦਾ ਨਹੀਂ ਸਾਨੂੰ। ਜਿਹੜੀ ਮੈਂ ਵਿਚਾਰ ਅੱਜ ਆਪਾਂ ਕਰਨੀ ਹੈ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੱਖ-ਵੱਖ ਪ੍ਰਕਰਨ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਤਿਗੁਰੂ ਮਹਾਰਾਜ ਨੇ ਜ਼ਿੰਦਗੀ ਦਾ ਇੱਕ ਨੇਮ ਆ ਉਹਦੀ ਗੱਲ ਕੀਤੀ ਹੈ, ਜਿਹਨੂੰ ਆਪਾਂ ਨਿਤਨੇਮ ਕਹਿ ਦਿੰਦੇ ਆ। ਜ਼ਿੰਦਗੀ ਦਾ ਨੇਮ ਬਣਨਾ ਬਹੁਤ ਜ਼ਰੂਰੀ ਹੈ, ਨਿਤਨੇਮ ਬਣਨਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਦਾ ਪਿੱਛੇ ਇੱਕ ਆਪਾਂ ਸ਼ਬਦ ਵਿਚਾਰ ਕੇ ਆਏ ਆ ਜੀ, ਸ਼ਲੋਕ ਵਿਚਾਰ ਕੇ ਆਏ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਅੰਮ੍ਰਿਤ ਸਰਨਾਵੈ। ਉਹ ਸਮੁੱਚਾ ਸ਼ਲੋਕ ਆ ਨਾ ਜਿਹੜਾ, ਉਹ ਜ਼ਿੰਦਗੀ ਦਾ ਨਿਤਨੇਮ ਬਣ ਜਾਵੇ ਨਾ ਸਾਡਾ। ਸਤਿਗੁਰੂ ਦਾ ਸਿੱਖ ਕਿਹੋ ਜਿਹਾ ਹੁੰਦਾ? ਅੰਮ੍ਰਿਤ ਵੇਲੇ ਜਾਗਦਾ, ਇਸ਼ਨਾਨ ਕਰਦਾ, ਗੁਰੂ ਦੇ ਨਾਮ ਰੂਪੀ ਸਰੋਵਰ ਅੰਦਰ ਚੁੱਭੀ ਲਾਉਂਦਾ, ਬਾਣੀ ਪੜ੍ਹਦਾ, ਬਾਣੀ ਵਿਚਾਰਦਾ ਅਤੇ ਹੋਰਨਾਂ ਨੂੰ ਵੀ ਸੁਣਾਉਂਦਾ। ਸਿੱਖ ਦੀ ਪਰਿਭਾਸ਼ਾ ਮਹਾਰਾਜ ਨੇ ਇੱਕ ਟਾਈਮ ਟੇਬਲ ਕਹਿ ਲਓ ਨਿਸ਼ਚਿਤ ਕੀਤਾ ਪੂਰਨ ਤੌਰ ਤੇ। ਜੋ ਸਤਿਗੁਰੂ ਦਾ ਸਿੱਖ ਅਖਵਾਉਂਦਾ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉਹ ਜਾਗਦਾ, ਇਸ਼ਨਾਨ ਕਰਦਾ, ਉਸ ਮਾਲਕ ਦੇ ਨਾਮ ਅੰਦਰ ਜੁੜਦਾ, ਕਿਸੇ ਦਾ ਮਾੜਾ ਸੋਚਦਾ ਨਹੀਂ, ਮਾੜਾ ਕਰਦਾ ਨਹੀਂ। ਸੰਗਤ ਵਿੱਚ ਜਾ ਕੇ ਗੁਰਬਾਣੀ ਪੜ੍ਹਦਾ, ਵਿਚਾਰਦਾ, ਗੁਰਬਾਣੀ ਦਾ ਪਾਠ ਸੁਣਦਾ। ਦਿਨ ਨੂੰ ਕਿਰਤਕਾਰ ਕਰਦਿਆਂ ਹੋਇਆ ਵੀ ਉਹਦਾ ਮਨ ਉਸ ਮਾਲਕ ਦੀ ਯਾਦ ਵਿੱਚ ਜੁੜਿਆ ਰਹਿੰਦਾ। ਅਜਿਹਾ ਸਿੱਖ ਗੁਰੂ ਨੂੰ ਪਿਆਰਾ ਲੱਗਦਾ, ਚੰਗਾ ਲੱਗਦਾ, ਅਤੇ ਜੋ ਹਰ ਵੇਲੇ ਉਸ ਮਾਲਕ ਦੀ ਸਿਫਤ ਸਲਾਹ ਕਰਦਾ ਅਤੇ ਹੋਰਨਾਂ ਨੂੰ ਵੀ ਕਰਾਉਂਦਾ। ਸਤਿਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚੋਂ ਗੁਰਮੁਖ ਅਤੇ ਮਨਮੁਖ ਦਾ ਅੰਤਰ ਦੀ ਵਿਆਖਿਆ ਸਾਡੇ ਸਾਹਮਣੇ ਰੱਖੀ ਹੈ, ਵੀ ਗੁਰਮੁਖ ਕਿਹੋ ਜਿਹਾ, ਗੁਰੂ ਕਾ ਸਿੱਖ ਕਿਹੋ ਜਿਹਾ ਅਤੇ ਮਨਮੁਖ ਕਿਹੋ ਜਿਹਾ। ਅਤੇ ਪਾਤਸ਼ਾਹ ਜੀ ਨੇ ਅਰਦਾਸ ਦੀ ਮਹੱਤਤਾ ਸਾਡੇ ਸਨਮੁਖ ਦੱਸ ਦਿੱਤੀ, ਸਿੱਖਾਂ ਨੂੰ ਪ੍ਰੇਰਨਾ ਕੀਤੀ। ਮਹਾਰਾਜ ਕਹਿੰਦੇ ਕੋਈ ਵੀ ਕਾਰਜ ਕਰਨਾ ਨਾ, ਸਿੱਖ ਨੇ ਹਰ ਕਾਰਜ ਸਮੇਂ ਗੁਰੂ ਅੱਗੇ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ। ਆਪਾਂ ਗੁਰੂ ਅੱਗੇ ਸਾਰੇ ਅਰਦਾਸ ਬੇਨਤੀ ਕਰਦੇ ਹਾਂ ਜੀ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਬੜੀ ਪਿਆਰੀ ਅਤੇ ਨਿਵੇਕਲੀ ਸਾਨੂੰ ਇੱਕ ਮਰਿਆਦਾ ਦਿੱਤੀ ਹੈ। ਬਾਣੀ ਦੇ ਰਾਹੀਂ ਆਪਾਂ ਵਿਚਾਰ ਰਹੇ ਹਾਂ, ਸਮਝ ਰਹੇ ਹਾਂ। ਪਾਤਸ਼ਾਹ ਜੀ ਕਹਿੰਦੇ ਘਰ ਵਿੱਚ ਕੋਈ ਵੀ ਕਾਰਜ ਕਰਨਾ, ਖੁਦ ਆਪ ਅਰਦਾਸ ਕਰ। ਭਾਵੇਂ 2 ਸ਼ਬਦ ਕਹਿ ਦੇ, ਭਾਵੇਂ 4 ਸ਼ਬਦ ਕਹਿ ਦੇ, ਗੁਰੂ ਨੇ ਤੇਰੇ ਸ਼ਬਦਾਂ ਨੂੰ ਸੁਣਨਾ ਹੈ। ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਜੀ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਨਹੀਂ ਹੁੰਦੀ ਉਸ ਰੱਬ ਦੇ ਸੇਵਕ ਦੀ ਅਰਦਾਸ। ਜੇ ਸਾਨੂੰ ਜਨ ਬਣਨਾ ਆ ਗਿਆ ਨਾ, ਸੇਵਕ ਬਣਨਾ ਆ ਗਿਆ, ਫਿਰ ਅਰਦਾਸ ਵੀ ਕਰਨੀ ਆ ਜਾਣੀ ਹੈ। ਇਹ ਆਪਾਂ ਸ਼ਬਦ ਪੜ੍ਹਦੇ ਹਾਂ ਜੀ ਇੱਥੇ, ਕੀਤਾ ਲੋੜੀਏ ਕੰਮ ਸਵਾਰ ਪੈ ਆਖੀ ਹੈ। ਗੁਰੂ ਅੱਗੇ ਜੋ ਵੀ ਤੂੰ ਕਾਰਜ ਕਰਦਾ ਨਾ, ਮਹਾਰਾਜ ਕਹਿੰਦੇ ਗੁਰੂ ਅੱਗੇ ਅਰਦਾਸ ਕਰ, ਬੇਨਤੀ ਕਰ। ਉਸ ਤੋਂ ਬਾਅਦ ਮਹਾਰਾਜ ਨੇ ਇੱਕ ਸਾਨੂੰ ਲਾਮਾ ਬਾਣੀ ਦਾ ਪਾਠ ਦਿੱਤਾ ਜੀ। ਸਾਰੇ ਆਪਾਂ ਜਾਣਦੇ ਹਾਂ, ਸਾਡੇ ਘਰ ਵਿੱਚ ਪੁੱਤਰ ਦਾ, ਧੀ ਦਾ ਜਦੋਂ ਵਿਆਹ ਹੁੰਦਾ ਨਾ, ਆਨੰਦ ਕਾਰਜ ਹੁੰਦੇ ਨੇ। ਆਨੰਦ ਕਾਰਜਾਂ ਦੇ ਸਮੇਂ ਚੌਥੇ ਪਾਤਸ਼ਾਹ ਦੀ ਬਾਣੀ ਪੜ੍ਹੀ ਜਾਂਦੀ ਹੈ ਜੀ, ਸੂਹੀ ਰਾਗ ਦੇ ਅੰਦਰੋਂ, ਜਿਹਨੂੰ 4 ਲਾਮਾ ਕਿਹਾ ਜਾਂਦਾ। ਸਾਡੀ ਜ਼ਿੰਦਗੀ ਦਾ ਇਹ ਕਹਿ ਲਈਏ, ਸਾਡੇ ਘਰ ਵਿੱਚ ਸਾਡਾ ਪੁੱਤਰ, ਸਾਡੀ ਧੀ, ਜਦੋਂ ਅਸੀਂ ਗ੍ਰਸਤੀ ਜੀਵਨ ਦੀ ਸ਼ੁਰੂਆਤ ਕਰਦੇ ਹਾਂ, ਗੁਰੂ ਅੱਗੇ ਅਰਜ਼ੋਈ ਕਰਕੇ, ਅਰਦਾਸ ਬੇਨਤੀ ਕਰਕੇ 4 ਲਾਮਾਂ ਦਾ ਪਾਠ ਪੜ੍ਹਿਆ ਜਾਂਦਾ ਹੈ। ਆਨੰਦ ਕਾਰਜ ਕਹਿ ਦਿੰਦੇ ਆਪਾਂ। ਜਦੋਂ ਅਸੀਂ 4 ਲਾਮਾਂ ਦੀ ਵਿਆਖਿਆ ਪੜ੍ਹਦੇ ਨਾ, ਬਹੁਤ ਕਮਾਲ ਦੀ ਵਿਆਖਿਆ ਹੈ। ਪਾਤਸ਼ਾਹ ਜੀ ਨੇ ਇਹਨਾਂ ਲਾਮਾਂ ਦੀ ਰਚਨਾ ਦੇ ਰਾਹੀਂ ਇਹਨਾਂ ਦਾ ਜਿਹੜਾ ਭਾਵ ਆ ਨਾ, ਅਸਲ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋ ਜਾਣਾ। ਜਦੋਂ ਸਾਡਾ ਆਤਮਾ, ਜਿਹੜੀ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੋ ਗਿਆ, ਉਦੋਂ ਮਨ ਨੂੰ ਇੱਕ ਵਿਆਹ ਹੋ ਗਿਆ ਰੱਬ ਨਾਲ, ਵਾਹਿਗੁਰੂ ਨਾਲ। ਜਿੱਥੇ ਮਹਾਰਾਜ ਨੇ ਅੰਦਰੂਨੀ ਗੱਲ ਕੀਤੀ ਹੈ ਨਾ, ਮਨ ਦੀ ਗੱਲ ਕੀਤੀ ਹੈ, ਉੱਥੇ ਇੱਕ ਸਾਡਾ ਸਮਾਜਿਕ ਤੌਰ ਤੇ ਵੀ ਇੱਕ ਰਿਸ਼ਤਾ ਜੁੜਦਾ, ਪਤੀ ਅਤੇ ਪਤਨੀ ਦਾ। ਬਹੁਤ ਅਹਿਮ ਰਿਸ਼ਤਾ ਜੀ, ਬੜਾ ਪਵਿੱਤਰ ਰਿਸ਼ਤਾ ਹੈ।
ਜੇ ਇੱਕ ਦੂਜੇ ਨੂੰ ਸਮਝਿਆ ਜਾਵੇ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀਆਂ 4 ਲਾਵਾਂ ਦੀ ਕਦੇ ਵਿਆਖਿਆ ਪੜ੍ਹਿਓ, ਵਿਚਾਰਿਓ, ਸੁਣਿਓ। ਉਹ ਜ਼ਿੰਦਗੀ ਦਾ ਮਾਰਗ ਸਾਨੂੰ ਦਿਖਾਉਂਦੀਆਂ ਨੇ। ਜ਼ਿੰਦਗੀ ਜਿਉਣ ਦਾ ਇੱਕ ਢੰਗ ਤਰੀਕਾ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਨੇ। ਅਤੇ ਪਾਤਸ਼ਾਹ ਜੀ ਕਹਿ ਰਹੇ ਨੇ ਇਸ ਤਰ੍ਹਾਂ ਜਿਹੜਾ ਬ੍ਰਹਮਣੀ ਕਰਮ ਕਾਂਡਾਂ ਤੋਂ ਸਾਡਾ ਛੁਟਕਾਰਾ ਮਿਲਿਆ ਸਾਨੂੰ। ਪਹਿਲਾਂ ਬਹੁਤ ਕੁਝ ਜੀ, ਜਦੋਂ ਆਪਾਂ ਪਿਛੋਕੜ ਵੱਲ ਜਾਵਾਂਗੇ ਨਾ, ਬਹੁਤ ਕੁਝ ਕੀਤਾ ਜਾਂਦਾ ਸੀ। ਗੁਰਸਿੱਖ ਆਪਾਂ ਸਾਰੇ ਗੁਰਸਿੱਖ ਬੈਠੇ ਹਾਂ, ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ, ਗੁਰੂ ਨੂੰ ਮੰਨਣ ਵਾਲੇ ਹਾਂ, ਗੁਰੂ 'ਤੇ ਪੂਰਨ ਵਿਸ਼ਵਾਸ ਕਰਨ ਵਾਲੇ ਹਾਂ। ਸਾਡੇ ਘਰ ਵਿੱਚ ਭਾਵੇਂ ਧੀ ਆ ਭਾਵੇਂ ਪੁੱਤਰ ਹੈ, ਉਹਦਾ ਆਨੰਦ ਕਾਰਜ ਹੋਣਾ ਹੀ ਜ਼ਰੂਰੀ ਹੈ। ਭਾਵੇਂ ਅਸੀਂ ਤੁਹਾਡੇ ਵਿੱਚੋਂ ਕਈਆਂ ਨੇ ਖੰਡੇ ਬਾਟੇ ਦੀ ਪਹੁਲ ਨਹੀਂ ਲਈ, ਪਰ ਉਹ ਸਾਰਿਆਂ ਲਈ ਲਾਜ਼ਮੀ ਹੈ ਜੀ। ਲਾਵਾਂ ਦਾ ਪਾਠ, ਆਨੰਦ ਕਾਰਜ ਸਭ ਲਈ ਜ਼ਰੂਰੀ ਹੈ। ਤੁਸੀਂ ਵੇਖੋ ਬਹੁਤ ਕੁਝ ਕੀਤਾ ਜਾਂਦਾ, ਪਰ ਅਸਲ ਸੰਪੂਰਨ ਆਨੰਦ ਕਾਰਜ ਕਹਿ ਲਓ, ਸੰਪੂਰਨ ਵਿਆਹ ਕਹਿ ਲਓ, ਤਾਂ ਹੀ ਹੁੰਦਾ ਹੈ ਜਦੋਂ ਲਾਵਾਂ ਹੁੰਦੀਆਂ ਨੇ, ਜਦੋਂ ਪਿਤਾ ਆਪਣੀ ਧੀ ਦਾ ਪੱਲਾ ਫੜਾਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਭ ਤੋਂ ਇੱਕ ਨਿਵੇਕਲਾ ਕਾਰਜ, ਨਿਵੇਕਲਾ ਕੰਮ ਸਾਡੇ ਸਨਮੁਖ ਰੱਖ ਦਿੱਤਾ ਅਤੇ ਸਿੱਖਾਂ ਦਾ ਇਸ ਤਰ੍ਹਾਂ ਆਨੰਦ ਕਾਰਜ ਹੋਣਾ ਸ਼ੁਰੂ ਹੋਇਆ। ਜੋ ਮਨਮੱਤਾਂ ਸੀ, ਕਰਮਕਾਂਡ ਸੀ, ਇਤਿਆਦਿਕ ਹੋਰ ਬੜੇ ਕਰਮਕਾਂਡ ਕੀਤੇ ਜਾਂਦੇ, ਸਭ ਕਰਮਕਾਂਡਾਂ ਤੋਂ ਸਾਡਾ ਖਹਿੜਾ ਛੁੱਟਿਆ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਨੇ ਸਮਾਜ ਲਈ ਬਹੁਤ ਸੁਧਾਰ ਦੇ ਕੰਮ ਕੀਤੇ ਜੀ। ਮੈਂ ਸੰਖੇਪ ਵਿੱਚ ਗੱਲ ਕਰਾਂਗਾ। ਪਾਤਸ਼ਾਹ ਜੀ ਨੇ ਇੱਥੇ ਭਾਰਤ ਵਰਸ਼ ਦੇ ਅੰਦਰ ਇਸਤਰੀਆਂ ਦੀ ਦਸ਼ਾ ਬਹੁਤ ਮਾੜੀ ਸੀ। ਇਸਤਰੀ ਨੂੰ, ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਘਰ ਤੋਂ ਬਾਹਰ ਨਿਕਲ ਨਹੀਂ ਦਿੱਤਾ ਜਾਂਦਾ ਸੀ। ਅੱਜ ਅਸੀਂ ਖੁੱਲ੍ਹ ਕੇ ਵਿਚਰ ਰਹੇ ਹਾਂ। ਸਾਡੀਆਂ ਧੀਆਂ, ਸਾਡੀਆਂ ਭੈਣਾਂ ਪੜ੍ਹਦੀਆਂ ਨੇ, ਵਿਦੇਸ਼ਾਂ ਵਿੱਚ ਪੜ੍ਹਾਈ ਕਰਦੇ ਨੇ, ਇੱਥੇ ਪੜ੍ਹਾਈ ਕਰਦੀਆਂ ਨੇ। ਹੁਣ ਲੋਕਾਂ ਨੂੰ ਥੋੜ੍ਹੀ ਸਮਝ ਆਉਣ ਲੱਗੀ ਹੈ ਵੀ ਇੱਕ ਧੀ ਵੀ ਬਹੁਤ ਕੁਝ ਕਰ ਸਕਦੀ ਹੈ। ਸਾਡੀਆਂ ਧੀਆਂ ਵੀ ਬਹੁਤ ਵੱਡੇ ਉੱਚੇ ਮੁਕਾਮ 'ਤੇ, ਉਹ ਡਾਕਟਰ ਬਣਦੀ ਹੈ, ਕੋਈ ਪਾਇਲਟ ਬਣਦੀ ਹੈ। ਕਿੰਨਾ ਕੁਝ ਆਪਾਂ ਸੰਸਾਰ ਅੰਦਰ ਵਿਚਰ ਕੇ ਵੇਖਦੇ ਹਾਂ। ਸਮਝ ਆ ਗਈ ਨਾ ਹੁਣ ਲੋਕਾਂ ਨੂੰ, ਹੌਲੀ ਹੌਲੀ ਸਮਝ ਆਉਂਦੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਸਮੇਂ, ਗੁਰੂ ਨਾਨਕ ਮਹਾਰਾਜ ਨੇ ਇਸਤਰੀ ਨੂੰ ਸੋ ਕਿਉ ਮੰਦਾ ਆਖੀ ਜਿਤਿ ਮੈਂ ਰਜਾਨ, ਇਹ ਨਾਅਰਾ ਦਿੱਤਾ ਇਸਤਰੀ ਦੇ ਹੱਕ ਵਿੱਚ, ਵਿਚਾਰ ਉਠਾਈ, ਬਚਨ ਕੀਤੇ ਮਹਾਰਾਜ ਨੇ। ਗੁਰੂ ਅਮਰਦਾਸ ਮਹਾਰਾਜ ਨੇ ਇਸਤਰੀ ਦੇ ਨਾਲ ਜਿਹੜਾ ਜ਼ੁਲਮ ਕੀਤਾ ਜਾਂਦਾ ਸੀ, ਸਤੀ ਪ੍ਰਥਾ ਤੇ ਘੁੰਡ ਪ੍ਰਥਾ, 2 ਪ੍ਰਥਾ ਸੀ ਜੀ ਇਹ ਪ੍ਰਚਲਿਤ। ਸਤੀ ਪ੍ਰਥਾ ਤੇ ਘੁੰਡ ਪ੍ਰਥਾ ਤੋਂ ਖਹਿੜਾ ਛੁਡਵਾਇਆ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਭੈੜੀ ਜਿਹੜੀ ਪ੍ਰਥਾ ਹੈ, ਦਾਜ, ਗੁਰੂ ਰਾਮਦਾਸ ਮਹਾਰਾਜ ਨੇ ਬਕਾਇਦਾ ਸਿੱਖਾਂ ਨੂੰ ਕਿਹਾ, ਸਿੱਖੋ ਤੁਹਾਡੇ ਘਰ ਵਿੱਚ ਪੁੱਤਰ ਦਾ ਵਿਆਹ ਵੀ ਹੋਣਾ, ਧੀ ਦਾ ਵਿਆਹ ਵੀ ਤੁਸੀਂ ਕਰਨਾ ਹੈ, ਪਰ ਕਿਸੇ ਮਾਪਿਆਂ ਨੂੰ, ਧੀ ਦੇ ਮਾਪਿਆਂ ਨੂੰ ਮਜਬੂਰ ਨਹੀਂ ਕਰਨਾ ਵੀ ਸਾਨੂੰ ਇੰਨਾ ਦਾਜ ਚਾਹੀਦਾ। ਸਭ ਤੋਂ ਭੈੜੀ ਲਾਹਨਤ ਆ ਜੀ ਸਾਡੇ ਸਮਾਜ ਉੱਤੇ। ਇੱਕ ਮਾਂ ਪਿਓ ਧੀ ਨੂੰ ਕਿੱਡਾ ਵੱਡਾ ਦਾਜ ਦੇ ਤਾਂ ਦਿੰਦੇ ਨੇ, ਉਹਦੀ ਵਧੀਆ ਪੜ੍ਹਾਈ ਕਰਾ ਕੇ। ਜੇ ਸਮਝਿਆ ਜਾਵੇ ਨਾ, ਇੱਕ ਧੀ ਦੇ ਲਈ ਸਭ ਤੋਂ ਵੱਡਾ ਦਾਜ ਪਤਾ ਕੀ ਹੁੰਦਾ? ਇੱਕ ਪੜ੍ਹਾਈ, ਸਿੱਖਿਆ। ਬਾਣੀ ਦੇ ਵਿੱਚ ਬਚਨ ਆਉਂਦਾ, ਹਰ ਪ੍ਰਭ ਮੇਰੇ ਬਾਵਲਾ, ਹਰ ਦੇਵੈ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇ ਵਿੱਚ ਸਬਰੈ ਮੇਰਾ ਕਾਜੋ। ਗੁਰਬਾਣੀ ਦੇ ਵਿੱਚ ਕਿਹੜੇ ਕਮਾਲ ਦੇ ਵਚਨ ਆਖੇ, ਮੇਰੇ ਬਾਬਲ, ਮੇਰੇ ਪਿਤਾ ਦਾਜ ਦੇ, ਸਿਫਤ ਵਾਲਾ ਕੱਪੜਾ ਮੈਨੂੰ ਮਿਲ ਜੇ, ਮੇਰਾ ਮਨ ਤੇਰੀ ਸਿਫਤ ਵਿੱਚ ਜੁੜਿਆ ਰਵੇ। ਕਮਾਲ ਦੇ ਵਚਨ ਨੇ ਜੀ। ਸਤਿਗੁਰੂ ਮਹਾਰਾਜ ਨੇ ਇਹ ਸਮਾਜ ਦੇ ਅੰਦਰ ਇਹ ਹੁਕਮ ਜਾਰੀ ਕੀਤਾ, ਇਹ ਉਪਦੇਸ਼, ਇਹ ਸੁਨੇਹਾ ਜਾਰੀ ਕੀਤਾ ਅਤੇ ਵੱਡੇ ਵੱਡੇ ਚੌਧਰੀਆਂ ਦਾ ਜਿਹੜਾ ਡਰ ਸੀ ਸਾਡੇ ਵਿੱਚੋਂ ਕੱਢ ਦਿੱਤਾ। ਪਾਤਸ਼ਾਹ ਜੀ ਨੇ ਕਿਹਾ ਬਾਣੀ ਅੰਦਰ, ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ, ਸਭ ਮਿੱਥਿਆ ਝੂਠ ਭਾਉ ਦੂਜਾ ਜਾਣ। ਆ ਸਭ ਮਿੱਥਿਆ ਨੇ, ਝੂਠੇ ਨੇ, ਨਾਸ਼ਵੰਤ ਨੇ। ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ, ਸਭ ਬਿਨਸ ਜਾਹੇ ਜਿਉ ਰੰਗ ਕੁਸੰਭ ਕਚਾਣ। ਬੜੇ ਵੱਡੇ ਕੁੱਲ ਵਾਲੇ, ਵੱਡੇ ਵੱਡੇ ਪੈਸਿਆਂ ਵਾਲੇ ਵੀ ਬਿਨਸਨਹਾਰ ਨੇ, ਤਾਂ ਕੱਚਾ ਰੰਗ ਹੈ ਜੀ ਕੁਸੰਭੇ ਦਾ, ਮਾਇਆ ਦਾ। ਪਾਤਸ਼ਾਹ ਜੀ ਕਹਿੰਦੇ ਉਹ ਸਭ ਤੇ ਉੱਚਾ, ਸਭ ਤੇ ਸੁੱਚਾ ਜਾ ਕੇ ਹਿਰਦੈ ਬਸਿਆ ਭਗਵਾਨ,
ਉਹ ਉੱਚਾ ਵੀ ਹੈ, ਸੁੱਚਾ ਵੀ ਹੈ, ਜਿਹਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਵਸ ਗਿਆ। ਇੱਥੇ ਮੈਂ ਕਿਸੇ ਜਾਤ ਪਾਤ ਦੀ ਗੱਲ ਨਹੀਂ ਕਰਦਾ ਵੀ ਫਲਾਣਾ ਬੰਦਾ ਉੱਚਾ ਹੁੰਦਾ ਜੀ, ਫਲਾਣਾ ਬੰਦਾ ਨੀਵਾਂ ਹੁੰਦਾ। ਮਹਾਰਾਜ ਨੇ ਉੱਚਾ ਉਹਨੂੰ ਕਿਹਾ ਜਿਹਦੇ ਅੰਦਰ ਰੱਬ ਵਸ ਗਿਆ, ਜਿਹਨੇ ਪ੍ਰਮਾਤਮਾ ਨਾਲ ਆਪਣਾ ਚਿੱਤ ਜੋੜ ਲਿਆ, ਉਹ ਉੱਚਾ ਬਣ ਜਾਂਦਾ ਹੈ ਅਤੇ ਸੁੱਚਾ ਬਣ ਜਾਂਦਾ ਹੈ। ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਕਾਰਜਾਂ ਦੀ ਗੱਲ ਕੀਤੀ ਹੈ ਜੀ, ਜੋ ਉਹਨਾਂ ਨੇ ਸਮਾਜ ਸੁਧਾਰਨ ਵਾਸਤੇ ਕਾਰਜ ਕੀਤੇ, ਜੋ ਸਮਾਜ ਵਿੱਚ ਭੈੜੀ ਪ੍ਰਥਾ ਸੀ ਉਹਨੂੰ ਬੰਦ ਕੀਤਾ। ਦਾਜ ਵਰਗੀਆਂ ਭੈੜੀਆਂ ਬਿਮਾਰੀਆਂ ਸਮਾਜ ਅੰਦਰ ਕਿੰਨਾ ਕੁਝ ਵਾਪਰਿਆ ਜੀ। ਦਾਜ ਦੇ ਲੋਭੀਆਂ ਨੇ ਕਿੰਨੀਆਂ ਧੀਆਂ ਨੂੰ ਮਾਰ ਦਿੱਤਾ। ਬਹੁਤ ਕੁਝ ਆਪਾਂ ਸੰਸਾਰ ਅੰਦਰ ਵਿਚਰਦਿਆਂ ਵੇਖਦੇ ਹਾਂ। ਪਰ ਗੁਰਮਤਿ ਨੂੰ ਅਪਣਾ ਕੇ, ਗੁਰਬਾਣੀ ਨੂੰ ਅਪਣਾ ਕੇ, ਗੁਰੂ ਦੀ ਸਿੱਖਿਆ ਨੂੰ ਅਪਣਾ ਕੇ ਗੁਰੂ ਦੱਸੇ ਮਾਰਗ 'ਤੇ ਚੱਲੀਏ। ਗੁਰੂ ਕਿਰਪਾ ਕਰੇ, ਬੇਨਤੀ ਪ੍ਰਵਾਨ ਕਰਿਓ ਜੀ। ਬੋਲਦਿਆਂ ਕੋਲ ਇੱਕ ਨੇਕਾ ਪ੍ਰਕਾਰ ਦੇ ਭੁੱਲਾਂ ਮਹਾਰਾਜ ਬਖਸ਼ਣਹਾਰ ਨੇ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।